परंपरा ते फायदे। संस्कार ਸਮੇਂ ਹਰੇਕ ਵਿਅਕਤੀ ਇੱਕ ਲੱਕੜ ਜਾਂ ਹੁਣ ਇੱਕ ਡੱਕਾ ਪਾਉਂਦਾ ਹੈ। ਪਹਿਲਾਂ ਯੋਜਨਾਬੱਧ ਸ਼ਮਸ਼ਾਨ ਘਾਟ ਨਹੀਂ ਹੁੰਦੇ ਸਨ। ਸੰਸਕਾਰ ਲਈ ਲੱਕੜਾਂ ਦਾ ਪ੍ਰਬੰਧ ਲੋਕਾਂ ਵੱਲੋਂ ਹੀ ਕੀਤਾ ਜਾਂਦਾ ਸੀ ਤੇ ਹਰ ਕੋਈ ਆਪਣੇ ਘਰੋਂ ਇੱਕ ਲੱਕੜ ਲੈ ਕੇ ਆਉਂਦਾ ਸੀ, ਜਿਹਦਾ ਅਰਥ ਸੀ ਕਿ ਸੰਸਕਾਰ ਦੀ ਜ਼ਿੰਮੇਵਾਰੀ ਭਾਈਚਾਰੇ ਨੇ ਨਿਭਾਈ ਹੈ। ਮ੍ਰਿਤਕ ਦਾ ਇਸ਼ਨਾਨ ਕਰਾਉਣ ਦਾ ਅਰਥ ਇਹ ਹੁੰਦਾ ਹੈ ਕਿ ਨਹਾਉਣ ਵੇਲੇ ਰਿਸ਼ਤੇਦਾਰਾਂ ਨੂੰ ਪੱਕਾ ਹੋ ਜਾਏ ਕਿ ਉਹਦੀ ਮੌਤ ਸੁਭਾਵਿਕ ਰੂਪ 'ਚ ਹੋਈ ਹੈ, ਉਹਨੂੰ ਮਾਰਿਆ ਨਹੀਂ ਗਿਆ। ਇਹ ਇੱਕ ਪ੍ਰਕਾਰ ਦਾ ਰਿਸ਼ਤੇਦਾਰਾਂ ਵੱਲੋਂ ਪੋਸਟਮਾਰਟਮ ਹੀ ਹੁੰਦਾ ਹੈ। ਸੂਰਜ ਡੁੱਬਣ ਮਗਰੋਂ ਸੰਸਕਾਰ ਦੀ ਮਨਾਹੀ ਦਾ ਕਾਰਨ ਇਹ ਹੈ ਕਿ ਕੋਈ ਲਾਲਚੀ ਬੰਦਾ ਆਪਣੇ ਕਿਸੇ ਸੰਬੰਧੀ ਨੂੰ ਮਾਰ ਕੇ ਰਾਤ ਦੇ ਹਨੇਰੇ ਵਿੱਚ ਉਹਦਾ ਸੰਸਕਾਰ ਨਾ ਕਰ ਦੇਵੇ। ਧੰਨਵਾਦ। ਵੱਡੇ ਤੋਂ ਵੀ ਵੱਡੇ। ਅਮਿਤਾਭ ਬੱਚਨ ਹਵਾਈ ਜਹਾਜ਼ ਦੇ ਸਭ ਤੋਂ ਮਹਿੰਗੇ ਹਿੱਸੇ 'ਚ ਬੈਠਾ ਸੀ। ਨਾਲ ਦੀ ਸੀਟ 'ਤੇ ਸਧਾਰਨ ਕੱਪੜਿਆਂ ਵਿੱਚ ਇੱਕ ਬਜ਼ੁਰਗ ਬੈਠਾ ਸੀ, ਜਿਹੜਾ ਅਖਬਾਰ ਪੜ੍ਹ ਰਿਹਾ ਸੀ। ਜਦੋਂ ਏਅਰ ਹੋਸਟੈਸ ਦੋਹਾਂ ਨੂੰ ਚਾਹ ਦੇ ਕੇ ਗਈ ਤਾਂ ਗੱਲਬਾਤ ਦੇ ਉਦੇਸ਼ ਨਾਲ ਅਮਿਤਾਭ ਬੱਚਨ ਨੇ ਬਜ਼ੁਰਗ ਸਵਾਰੀ ਨੂੰ ਪੁੱਛਿਆ, ਤੁਸੀਂ ਫਿਲਮਾਂ ਦੇਖਦੇ ਹੋ? ਸਵਾਰੀ ਨੇ ਕਿਹਾ, ਬਹੁਤ ਪਹਿਲਾਂ ਵੇਖਿਆ ਕਰਦਾ ਸੀ। ਅਮਿਤਾਭ ਨੇ ਕਿਹਾ, ਮੈਂ ਫਿਲਮ ਉਦਯੋਗ ਵਿੱਚ ਹਾਂ, ਮੈਂ ਅਦਾਕਾਰ ਹਾਂ। ਅੱਛਾ, ਬੜਾ ਦਿਲਚਸਪ ਕੰਮ ਹੋਏਗਾ। ਇਹ ਕਹਿ ਕੇ ਉਹ ਬਜ਼ੁਰਗ ਫਿਰ ਚੁੱਪ ਹੋ ਗਿਆ। ਅਮਿਤਾਭ ਔਖਾ ਹੋ ਰਿਹਾ ਸੀ ਕਿ ਸਾਰੀ ਦੁਨੀਆ ਮੈਨੂੰ ਜਾਣਦੀ ਹੈ, ਸਾਰੀਆਂ ਸਵਾਰੀਆਂ ਨੇ ਪਛਾਣ ਲਿਆ, ਪਰ ਇਸ ਸਵਾਰੀ 'ਤੇ ਕੋਈ ਅਸਰ ਹੀ ਨਹੀਂ। ਜਹਾਜ਼ ਬੰਬਈ ਪਹੁੰਚ ਗਿਆ ਸੀ। ਏਅਰਪੋਰਟ 'ਤੇ ਵਿਛੜਨ ਸਮੇਂ ਮਿਲਾਉਣ ਲਈ ਹੱਥ ਵਧਾਉਂਦਿਆਂ ਅਮਿਤਾਭ ਬੱਚਨ ਨੇ ਰਵਾਇਤੀ ਢੰਗ ਨਾਲ ਕਿਹਾ, ਤੁਹਾਡੇ ਨਾਲ ਸਫ਼ਰ ਕਰਨਾ ਚੰਗਾ ਲੱਗਿਆ, ਮੇਰਾ ਨਾਂ ਅਮਿਤਾਭ ਬੱਚਨ ਹੈ। ਬਜ਼ੁਰਗ ਨੇ ਕਿਹਾ, ਧੰਨਵਾਦ, ਤੁਹਾਨੂੰ ਮਿਲਣ ਦੀ ਖੁਸ਼ੀ ਹੋਈ, ਮੈਂ ਟਾਟਾ ਹਾਂ। ਸੁਣ ਕੇ ਅਮਿਤਾਭ ਬੱਚਨ ਦੀ ਸਾਰੀ ਝੱਗ ਬਹਿ ਗਈ। ਉਹਨੇ ਸਬਕ ਸਿੱਖਿਆ ਤੇ ਮਗਰੋਂ ਲਿਖਿਆ ਕਿ ਕੋਈ ਕਿੰਨਾ ਵੀ ਵੱਡਾ ਹੋਵੇ, ਉਸ ਤੋਂ ਉਚੇਰੇ ਤੇ ਵਡੇਰੇ ਵੀ ਹੁੰਦੇ ਹਨ। ਧੰਨਵਾਦ। ਪੇਂਡੂ ਭਾਈਚਾਰਾ। ਸੋਕਾ ਪਿਆ ਹੋਇਆ ਸੀ, ਕਿਸਾਨਾਂ 'ਤੇ ਕਰਜ਼ਾ ਚੜ੍ਹਿਆ ਹੋਇਆ ਸੀ। ਮਾਲੀਆ ਅਧਿਕਾਰੀ ਪੁਲਿਸ ਲੈ ਕੇ ਪਿੰਡ ਪਹੁੰਚ ਜਾਂਦੇ ਸਨ ਅਤੇ ਕਿਸਾਨ ਖੇਤਾਂ ਵਿੱਚ ਲੁਕ ਜਾਂਦੇ ਸਨ। ਅਧਿਕਾਰੀ ਸਿਲਾਈ ਦੀ ਮਸ਼ੀਨ, ਟੋਕਾ, ਸੰਦੂਕ ਜੋ ਮਿਲਦਾ ਸੀ ਲੈ ਜਾਂਦੇ ਸਨ। ਇੱਕ ਘਰ ਵਿੱਚ 2 ਜਵਾਨ ਭੈਣਾਂ ਰਹਿੰਦੀਆਂ ਸਨ। ਉਹਨਾਂ ਨੇ ਮਾਲੀਆ ਅਧਿਕਾਰੀਆਂ ਨੂੰ ਕਿਹਾ, ਅੰਦਰ ਨਹੀਂ ਆਉਣਾ, ਅੰਦਰ ਕੁਝ ਨਹੀਂ। ਅਧਿਕਾਰੀਆਂ ਨੇ ਕਿਹਾ, ਜਿਹੜੇ ਮੰਜੇ ਬਿਸਤਰੇ ਹਨ ਉਹ ਅਸੀਂ ਲੈ ਜਾਣੇ ਹਨ। ਇੱਕ ਭੈਣ ਅੰਦਰ ਗਈ ਤੇ ਸੋਨੇ ਦੀਆਂ 6 ਵੰਗਾਂ ਲੈ ਆਈ ਤੇ ਕਿਹਾ, ਮਰਨ ਤੋਂ ਪਹਿਲਾਂ ਸਾਡੇ ਬਾਪੂ ਨੇ ਸਾਡੇ ਵਿਆਹ ਲਈ ਦਿੱਤੀਆਂ ਸਨ, ਇਹ ਲੈ ਜਾਓ, ਹੋਰ ਕੁਝ ਨਹੀਂ ਹੈ। ਅਧਿਕਾਰੀ ਨੇ ਰਸੀਦ ਦਿੰਦਿਆਂ ਕਿਹਾ, ਤੁਹਾਡੀਆਂ ਵੰਗਾਂ ਅਸੀਂ ਜਮ੍ਹਾਂ ਕਰ ਲਈਆਂ ਹਨ, ਜਦੋਂ ਮਾਲੀਆ ਤਾਰਿਆ ਜਾਏਗਾ ਇਹ ਮੋੜ ਦਿੱਤੀਆਂ ਜਾਣਗੀਆਂ। ਉਹ ਭੈਣਾਂ ਰੋਈ ਜਾ ਰਹੀਆਂ ਸਨ। ਤੀਜੇ ਦਿਨ ਉਸ ਮਾਲੀਆ ਅਧਿਕਾਰੀ ਦੇ ਦਫ਼ਤਰ ਵਿੱਚ ਸਾਰਾ ਪਿੰਡ ਉਹਨਾਂ ਕੁੜੀਆਂ ਦੀਆਂ ਵੰਗਾਂ ਵਾਪਸ ਲੈਣ ਲਈ ਉਹਨਾਂ ਦਾ ਮਾਲੀਆ ਜਮ੍ਹਾਂ ਕਰਵਾਉਣ ਪਹੁੰਚਿਆ ਹੋਇਆ ਸੀ। ਧੰਨਵਾਦ। ਜਵਾਬ। ਮਾਨਸਿਕ ਰੋਗਾਂ ਦੇ ਹਸਪਤਾਲ ਵਿੱਚ ਜਦੋਂ ਕਿਸੇ ਰੋਗੀ ਦੇ ਠੀਕ ਹੋਣ ਦੀ ਪਰਖ ਕੀਤੀ ਜਾਂਦੀ ਸੀ ਤਾਂ ਪਹਾੜੇ ਜਾਂ ਪ੍ਰਸ਼ਨ ਪੁੱਛੇ ਜਾਂਦੇ ਸਨ। ਉੱਤਰ 'ਤੇ ਨਿਰਭਰ ਕਰਦਾ ਸੀ ਕਿ ਰੋਗੀ ਡਿਸਚਾਰਜ ਕਰਨ ਯੋਗ ਸੀ ਕਿ ਨਹੀਂ। ਇੱਕ ਦਿਨ 2 ਮਰੀਜ਼ਾਂ ਦੀ ਪਰਖ ਦੀ ਵਾਰੀ ਸੀ। ਇੱਕ ਨੂੰ ਡਾਕਟਰ ਨੇ ਪੁੱਛਿਆ, ਜੇ ਤੇਰੀ ਇੱਕ ਅੱਖ ਕੱਢ ਦਿੱਤੀ ਜਾਈ ਤਾਂ ਕੀ ਹੋਏਗਾ? ਮੈਂ ਇੱਕ ਅੱਖ ਤੋਂ ਅੰਨਾ ਹੋ ਜਾਵਾਂਗਾ। ਜੇ ਦੋਵੇਂ ਅੱਖਾਂ ਕੱਢ ਦਿੱਤੀਆਂ ਜਾਣ ਤਾਂ ਫਿਰ ਮੈਂ ਦੋਵੇਂ ਅੱਖਾਂ ਤੋਂ ਅੰਨਾ ਹੋ ਜਾਵਾਂਗਾ। ਉਹਦੀ ਹਸਪਤਾਲ ਤੋਂ ਛੁੱਟੀ ਹੋ ਗਈ। ਜਾਂਦਾ ਹੋਇਆ ਉਹ ਆਪਣੇ ਹੋਣ ਵਾਲੇ ਸਾਥੀ ਨੂੰ ਸਵਾਲ ਜਵਾਬ ਦੱਸ ਗਿਆ। ਡਾਕਟਰ ਨੇ ਪੁੱਛਿਆ, ਜੇ ਤੇਰਾ ਇੱਕ ਕੰਨ ਕੱਟ ਦਿੱਤਾ ਜਾਏ ਤਾਂ ਕੀ ਹੋਏਗਾ? ਮੈਂ ਇੱਕ ਅੱਖ ਤੋਂ ਅੰਨਾ ਹੋ ਜਾਵਾਂਗਾ। ਜੇ ਦੋਵੇਂ ਕੰਨ ਕੱਟ ਦਿੱਤੇ ਜਾਣ ਤਾਂ ਫਿਰ ਮੈਂ ਦੋਵਾਂ ਅੱਖਾਂ ਤੋਂ ਅੰਨਾ ਹੋ ਜਾਵਾਂਗਾ। ਡਾਕਟਰ ਨੇ ਪੁੱਛਿਆ, ਕੱਟੇ ਤਾਂ ਤੇਰੇ ਕੰਨ ਜਾ ਰਹੇ ਹਨ, ਤੂੰ ਅੰਨਾ ਕਿਵੇਂ ਹੋ ਜਾਏਗਾ? ਮਰੀਜ਼ ਨੇ ਮੌਕਾ ਸੰਭਾਲਦਿਆਂ ਕਿਹਾ, ਕੰਨ ਕੱਟੇ ਜਾਣ 'ਤੇ ਮੇਰਾ ਹੈਟ ਮੇਰੀਆਂ ਅੱਖਾਂ 'ਤੇ ਆ ਜਾਏਗਾ ਅਤੇ ਮੈਨੂੰ ਦਿਸਣਾ ਬੰਦ ਹੋ ਜਾਏਗਾ। ਉਸ ਹੈਟ ਵਾਲੇ ਦੇ ਦਿਲਚਸਪ ਜਵਾਬ ਕਾਰਨ ਉਹਦੀ ਵੀ ਛੁੱਟੀ ਹੋ ਗਈ। ਧੰਨਵਾਦ। ਸ਼ਾਹੀ ਪਰਿਵਾਰ। ਜਿਨ੍ਹਾਂ ਨੇ ਯੂਰਪ 'ਤੇ ਰਾਜ ਕੀਤਾ ਹੈ, ਉਹਨਾਂ ਨੇ ਲੰਮੀ ਤਿਆਰੀ ਅਤੇ ਸਿਖਲਾਈ ਤੋਂ ਮਗਰੋਂ ਕੀਤਾ ਹੈ।
ਤੇ ਉਹਨਾਂ ਨੇ ਸਮਾਜਿਕ ਜੀਵਨ ਦੇ ਉੱਚੇ ਮਿਆਰ ਸਥਾਪਿਤ ਕੀਤੇ ਹਨ। ਯੂਰਪ ਦੇ ਸ਼ਾਹੀ ਪਰਿਵਾਰਾਂ ਵਿੱਚ ਕੋਈ ਮੋਟਾ ਨਹੀਂ, ਕੋਈ ਸਿਗਰਟ ਨਹੀਂ ਪੀਂਦਾ, ਕੋਈ ਬਿਨਾਂ ਤਿਆਰ ਹੋਏ ਬਾਹਰ ਨਹੀਂ ਨਿਕਲਦਾ, ਕੋਈ ਦੇਰ ਨਾਲ ਨਹੀਂ ਪਹੁੰਚਦਾ, ਕਿਸੇ ਦੇ ਪਹਿਰਾਵੇ ਜਾਂ ਵਿਹਾਰ ਵਿੱਚ ਅਸ਼ਲੀਲਤਾ ਨਹੀਂ ਹੁੰਦੀ। ਉਹ ਜੋ ਮੇਜ਼ 'ਤੇ ਪਿਆ ਜਾਂ ਰੱਖਿਆ ਗਿਆ ਹੁੰਦਾ ਉਹ ਖਾਂਦੇ ਹਨ, ਹੋਰ ਕੁਝ ਨਹੀਂ ਖਾਂਦੇ। ਜਦੋਂ ਬੱਚੇ ਛੁਰੀ ਕਾਂਟਾ ਚੰਗੀ ਤਰ੍ਹਾਂ ਵਰਤਣਾ ਸਿੱਖ ਜਾਂਦੇ ਹਨ ਤਾਂ ਹੀ ਮਾਪਿਆਂ ਨਾਲ ਬੈਠ ਕੇ ਖਾਂਦੇ ਹਨ। ਬੱਚਿਆਂ ਨੂੰ ਹੁਕਮ ਮੰਨਣਾ, ਬੇਨਤੀ ਤੇ ਹੁਕਮ ਕਰਨਾ ਸਿਖਾਇਆ ਜਾਂਦਾ ਹੈ। ਉਹਨਾਂ ਨੂੰ ਅਜਿਹੀਆਂ ਆਦਤਾਂ ਪੈਣ ਹੀ ਨਹੀਂ ਦਿੱਤੀਆਂ ਜਾਂਦੀਆਂ ਜਿਹੜੀਆਂ ਨੂੰ ਮਗਰੋਂ ਤਿਆਗਣ ਦੀ ਲੋੜ ਪਏ। ਹੋਰਾਂ ਦਾ ਸਤਿਕਾਰ ਕਰਨਾ ਅਤੇ ਸਤਿਕਾਰ ਨਾਲ ਸੁਣਨਾ ਸਿਖਾਇਆ ਜਾਂਦਾ ਹੈ। ਮਾਂ ਹਰ ਇੱਕ ਸ਼ਾਮ ਇੱਕ ਬੱਚੇ ਨਾਲ ਗੁਜ਼ਾਰਦੀ ਹੈ। ਮਾਂ ਹਰੇਕ ਬੱਚੇ ਨੂੰ ਉਹਦੀ ਰੁਚੀ ਅਨੁਸਾਰ ਜੀਵਨ ਵਿੱਚ ਮਹੱਤਵਪੂਰਨ ਕਾਰਜ ਤੇ ਕਰਤੱਵ ਲਈ ਤਿਆਰ ਕਰਦੀ ਹੈ। ਧੰਨਵਾਦ। ਪੀੜ੍ਹੀਆਂ ਦਾ ਫਰਕ। ਇੱਕ ਬੱਚੇ ਨੇ ਆਪਣੇ ਬਾਬੇ ਨੂੰ ਕਿਹਾ, ਬਾਬਾ ਜੀ, ਕਈ ਵਾਰ ਮੈਂ ਸੋਚਦਾ ਤੁਸੀਂ ਜਦੋਂ ਸਾਡੀ ਉਮਰ ਦੇ ਹੁੰਦੇ ਹੋਵੋਗੇ ਤਾਂ ਕਿਵੇਂ ਰਹਿੰਦੇ ਹੋਵੋਗੇ। ਨਾ ਟੈਕਨੋਲੋਜੀ, ਨਾ ਕੰਪਿਊਟਰ, ਨਾ ਮੋਬਾਈਲ, ਨਾ ਸੋਸ਼ਲ ਮੀਡੀਆ, ਨਾ ਆਟੋ ਗੱਡੀਆਂ। ਬਾਬੇ ਨੇ ਕਿਹਾ ਜਿਵੇਂ ਤੁਸੀਂ ਅੱਜ ਕੱਲ੍ਹ ਰਹਿ ਰਹੇ ਹੋ, ਨਾ ਪੂਜਾ, ਨਾ ਪਾਠ, ਨਾ ਧਰਮ, ਨਾ ਕਰਮ, ਨਾ ਸ਼ਰਮ। ਧੰਨਵਾਦ। ਵੱਖੋ ਵੱਖਰੇ ਲੋਕ। 8 ਸਾਲ ਅਮਰੀਕਾ ਦਾ ਰਾਸ਼ਟਰਪਤੀ ਰਹਿ ਕੇ ਓਬਾਮਾ 55 'ਤੇ ਰਿਟਾਇਰ ਵੀ ਹੋ ਗਿਆ ਸੀ, ਪਰ ਟਰੰਪ ਨੇ ਆਰੰਭ ਵੀ 70 ਸਾਲ 'ਚ ਕੀਤਾ ਸੀ। ਕੋਈ 35 'ਤੇ ਕਲਰਕ ਬਣਦਾ ਹੈ, ਕੋਈ 25 'ਤੇ ਅਫਸਰ ਲੱਗ ਜਾਂਦਾ ਹੈ, ਕੋਈ 40 ਦਾ ਹੋ ਕੇ ਵੀ ਕੁਆਰਾ ਹੈ, ਕੋਈ 45 ਦਾ ਹੋ ਕੇ ਪੁੱਤਰ ਦੀ ਬਰਾਤ ਲੈ ਕੇ ਵੀ ਜਾਂਦਾ ਹੈ। ਵਾਸਤਵ ਵਿੱਚ ਹਰੇਕ ਵਿਅਕਤੀ ਆਪਣੇ ਸਮੇਂ ਦੇ ਚੌਕਟੇ ਵਿੱਚ ਵਿਚਰ ਰਿਹਾ ਹੈ। ਕੁਝ ਲੋਕ ਹਮੇਸ਼ਾ ਤੁਹਾਡੇ ਅੱਗੇ ਹੋਣਗੇ, ਕੁਝ ਪਿੱਛੇ। ਹਰ ਕੋਈ ਆਪਣੀ ਕਿਸਮ ਦੀ ਦੌੜ ਲਾ ਰਿਹਾ ਹੈ। ਕਿਸੇ ਨਾਲ ਈਰਖਾ ਕਰਨ ਦੀ ਜਾਂ ਕਿਸੇ ਗੱਲ ਦਾ ਮਾਣ ਕਰਨ ਦੀ ਲੋੜ ਨਹੀਂ। ਹਰ ਕੋਈ ਆਪਣੇ ਸਮੇਂ ਤੇ ਹਾਲਾਤ ਵਿੱਚ ਚਿਣਿਆ ਹੋਇਆ ਹੈ। ਜ਼ਿੰਦਗੀ ਵਿੱਚ ਮੌਕਾ ਹਰ ਕਿਸੇ ਨੂੰ ਮਿਲਦਾ ਹੈ। ਕੁਝ ਸੰਭਾਲ ਲੈਂਦੇ ਹਨ, ਬਹੁਤਿਆਂ ਦੇ ਹੱਥੋਂ ਨਿਕਲ ਜਾਂਦਾ ਹੈ। ਨਾ ਤੁਸੀਂ ਪਹਿਲੇ ਹੋ, ਨਾ ਤੁਸੀਂ ਅਖੀਰਲੇ ਹੋ, ਤੁਸੀਂ ਵਕਤ ਸਿਰ ਹੋ, ਕਿਉਂਕਿ ਹਰ ਕਿਸੇ ਦਾ ਵਕਤ ਅਤੇ ਰਫ਼ਤਾਰ ਵੱਖਰੀ ਹੈ। ਧੰਨਵਾਦ। ਪਟੋਲੇ। ਬੱਚਿਆਂ ਨੂੰ ਪਾਲਣ ਵਿਚਲੇ ਪ੍ਰਸੰਨਤਾ ਦੇ ਪਲ ਤੇ ਪਰੇਸ਼ਾਨੀ ਦੇ ਪਲ ਜੇ ਗਿਣੇ ਜਾਣ ਤਾਂ ਬੱਚਿਆਂ ਨੂੰ ਪਾਲਣਾ ਵਾਲੀ ਬੜੀ ਵੱਡੀ ਮੁਸੀਬਤ ਸਿੱਧ ਹੋਏਗੀ। ਇਹ ਕਾਰਜ ਬੜਾ ਅਕਾਊ ਤੇ ਥਕਾਵਟੀ ਹੈ, ਪਰ ਸਮੁੱਚੇ ਰੂਪ ਵਿੱਚ ਬੱਚੇ ਪਾਲਣਾ ਬੜਾ ਸੁਖਾਵਾਂ, ਆਨੰਦਮਈ ਤੇ ਸੁਹਾਵਣਾ ਅਨੁਭਵ ਹੈ, ਕਿਉਂਕਿ ਪਰੇਸ਼ਾਨੀਆਂ ਅਸੀਂ ਭੁੱਲ ਜਾਂਦੇ ਹਾਂ ਤੇ ਖੁਸ਼ੀਆਂ ਨੂੰ ਅਸੀਂ ਸਾਰਿਆਂ ਨਾਲ ਸਾਂਝਾ ਕਰਕੇ ਵਧਾ ਲੈਂਦੇ ਹਾਂ। ਬੱਚੇ ਸਾਡਾ ਭਵਿੱਖ ਹੁੰਦੇ ਹਨ, ਸਾਡੇ ਆਪਣੇ ਸਿਰਜੇ ਹੁੰਦੇ ਹਨ। ਇਹ ਸਾਨੂੰ ਰੁਝੇਵੇਂ ਦਿੰਦੇ ਹਨ। ਇਹ ਜਿਉਂਦੇ ਜਾਗਦੇ ਪਟੋਲੇ ਹੁੰਦੇ ਹਨ। ਸੋ ਬੱਚੇ ਪਾਲਣ ਨੂੰ ਸੁਖਾਵਾਂ ਅਨੁਭਵ ਮੰਨਣ ਦਾ ਹੀ ਰਿਵਾਜ ਹੈ। ਧੰਨਵਾਦ। ਅੰਗਰੇਜ਼ੀ ਰਾਜ। ਜੇ ਹਕੂਮਤ ਨਾ ਹੋਵੇ ਤਾਂ ਬੜੀ ਗੜਬੜ ਮਚ ਜਾਂਦੀ ਹੈ। ਈਰਾਨ ਵਿੱਚ ਬਾਦਸ਼ਾਹ ਦੇ ਮਰਨ 'ਤੇ 5 ਦਿਨ ਲੋਕਾਂ ਨੂੰ ਲੁੱਟਣ ਖੋਹਣ ਤੇ ਮਨਮਾਨੀ ਕਰਨ ਦੀ ਖੁੱਲ੍ਹ ਹੁੰਦੀ ਸੀ, ਤਾਂ ਕਿ ਉਹ ਹਕੂਮਤ ਦਾ ਮਹੱਤਵ ਸਮਝ ਜਾਣ। ਜੇ ਸਰਕਾਰ ਮਜ਼ਬੂਤ ਹੋਵੇ ਤਾਂ ਸੁਧਾਰ ਵਾਪਰਦੇ ਹਨ, ਜੇ ਸਰਕਾਰ ਕਮਜ਼ੋਰ ਹੋਵੇ ਤਾਂ ਬਗਾਵਤਾਂ ਹੁੰਦੀਆਂ ਹਨ। ਅਕਬਰ ਵੇਲੇ ਸੁਧਾਰ ਵਾਪਰੇ, ਔਰੰਗਜ਼ੇਬ ਵੇਲੇ ਬਗਾਵਤਾਂ ਹੋਈਆਂ। ਅੰਗਰੇਜ਼ਾਂ ਨੇ ਹਕੂਮਤ ਵੀ ਕੀਤੀ ਤੇ ਰਾਜ ਵੀ ਕੀਤਾ। ਅੰਗਰੇਜ਼ਾਂ ਨੇ ਠੱਗੀਆਂ ਡਾਕੇ ਦਬਾ ਦਿੱਤੇ ਤੇ ਨਹਿਰਾਂ ਖੁਦਵਾਈਆਂ, ਸੜਕਾਂ ਪੁਲ ਬਣਵਾਏ, ਡਾਕਖਾਨੇ, ਥਾਣੇ, ਅਦਾਲਤਾਂ ਸਥਾਪਿਤ ਕੀਤੀਆਂ ਤੇ ਸਕੂਲ, ਕਾਲਜ, ਹਸਪਤਾਲ, ਡਿਸਪੈਂਸਰੀਆਂ ਖੁੱਲ੍ਹਵਾਈਆਂ, ਗੱਡੀਆਂ ਚਲਾਈਆਂ, ਨਿਆਂ ਪ੍ਰਣਾਲੀ ਆਦਿ ਸਥਾਪਿਤ ਕੀਤੀ ਤੇ ਜੀਵਨ ਦਾ ਸ਼ਹਿਰੀਕਰਨ ਸੰਭਵ ਬਣਾਇਆ। ਘਰ ਪਰਿਵਾਰ, ਸਕੂਲ, ਦਫ਼ਤਰ, ਹਸਪਤਾਲ ਆਦਿ ਸਭ ਥਾਵਾਂ 'ਤੇ ਹਕੂਮਤ ਹੁੰਦੀ ਹੈ। ਇਹਨਾਂ ਦੀ ਹਾਲਤ ਤੋਂ ਪਤਾ ਲੱਗ ਜਾਂਦਾ ਹੈ ਕਿ ਦੇਸ਼ ਦੀ ਹਕੂਮਤ ਕਿਹੋ ਜਿਹੀ ਹੈ। ਧੰਨਵਾਦ। ਇੱਕ ਵਾਰੀ 30 ਸਰੀਰਕ ਤੇ ਮਾਨਸਿਕ ਸ਼ਕਤੀ ਦੇ ਕਮਜ਼ੋਰ ਹੋਣ ਦੀ ਸ਼ਿਕਾਇਤ ਕਰਨ ਵਾਲਿਆਂ ਦਾ 3 ਮਹੀਨੇ ਦਾ ਕੈਂਪ ਲਾਇਆ ਗਿਆ। ਸਰੀਰਕ ਕਸਰਤ ਅਤੇ ਸੈਰ ਕਰਨ ਨਾਲ ਉਹਨਾਂ ਦੇ ਸਰੀਰ ਚੁਸਤ ਹੋ ਗਏ। ਮਾਨਸਿਕ ਕਸਰਤ ਲਈ ਉਹਨਾਂ ਨੂੰ ਹਰ ਰੋਜ਼ ਸੋਚਣ ਵਿਚਾਰਨ ਲਈ ਇੱਕ ਸਮਾਜਿਕ ਸਮੱਸਿਆ ਦਿੱਤੀ ਜਾਂਦੀ ਸੀ।
ਜਿਵੇਂ ਬੰਗਲਾਦੇਸ਼ ਦੀ ਲੜਾਈ 'ਚ ਇੱਕ ਲਾਪਤਾ ਫੌਜੀ ਦੀ ਪਤਨੀ ਦਾ 5 ਸਾਲ ਮਗਰੋਂ ਮਾਪਿਆਂ ਨੇ ਕਿਸੇ ਹੋਰ ਨਾਲ ਵਿਆਹ ਕਰ ਦਿੱਤਾ। ਉਸ ਦੇ 2 ਬੱਚੇ ਹੋਏ। ਦੂਜੇ ਵਿਆਹ ਤੋਂ 4 ਸਾਲ ਮਗਰੋਂ ਉਹਦਾ ਫੌਜੀ ਪਤੀ ਮੁੜ ਆਇਆ। ਪਿੰਡ ਦੀ ਪੰਚਾਇਤ ਦਾ ਫੈਸਲਾ ਸੀ ਕਿ ਉਹ ਇਸਤਰੀ ਪਹਿਲੇ ਪਤੀ ਨਾਲ ਰਹੇ, ਜਦੋਂ ਕਿ ਪਤਨੀ ਹੁਣ ਵਾਲੇ ਪਤੀ ਤੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਸੀ। ਕੈਂਪ ਵਿੱਚ ਭਾਗ ਲੈਣ ਵਾਲਿਆਂ ਨੂੰ ਪੁੱਛਿਆ ਗਿਆ ਕਿ ਸਹੀ ਫੈਸਲਾ ਕਿਹੜਾ ਹੋਏਗਾ। ਇੱਕ ਹੋਰ ਸਮੱਸਿਆ ਸੀ ਕਿ ਇੱਕ ਵਿਅਕਤੀ ਦੇ 2 ਪੁੱਤਰ ਤੇ ਇੱਕ ਧੀ ਸੀ। ਇੱਕ ਪੁੱਤਰ ਦੀ ਮੌਤ ਹੋ ਗਈ। ਸਹੁਰਿਆਂ ਨੇ ਉਹਦੀ ਪਤਨੀ ਦਾ ਅਣਵਿਆਹੇ ਦਿਓਰ ਨਾਲ ਵਿਆਹ ਕਰ ਦਿੱਤਾ। ਕੁਝ ਚਿਰ ਮਗਰੋਂ ਪਤੀ ਬਣੇ ਦਿਓਰ ਦੀ ਇੱਕ ਹਾਦਸੇ 'ਚ ਮੌਤ ਹੋ ਗਈ। ਪਿਤਾ ਦੀ ਜਾਇਦਾਦ ਵੰਡੀ ਜਾਣੀ ਸੀ। ਨੂੰਹ ਨੇ ਨਨਾਣ ਨੂੰ ਕਿਹਾ, ਮੈਂ 2 ਭਰਾਵਾਂ ਦੀ ਪਤਨੀ ਰਹੀ ਹਾਂ। ਜਾਇਦਾਦ ਦੇ 3 ਹਿੱਸਿਆਂ ਵਿੱਚੋਂ ਮੈਨੂੰ 2 ਹਿੱਸੇ ਮਿਲਣੇ ਚਾਹੀਦੇ ਹਨ। ਨਨਾਣ ਨੇ ਕਿਹਾ, ਜਾਇਦਾਦ ਤੇਰੇ ਮੇਰੇ ਵਿਚਕਾਰ ਵੰਡੀ ਜਾਣੀ ਹੈ, ਦੋਹਾਂ ਨੂੰ ਅੱਧ-ਅੱਧ ਮਿਲੇਗਾ। ਕੈਂਪ ਵਿੱਚ ਭਾਗ ਲੈਣ ਵਾਲਿਆਂ ਨੂੰ ਪੁੱਛਿਆ ਗਿਆ ਕਿ ਦਲੀਲਾਂ ਨਾਲ ਫੈਸਲਾ ਕਰੋ। ਰੋਜ਼ ਦੀ ਨਵੀਂ ਸਮੱਸਿਆ ਨੇ ਉਹਨਾਂ ਨੂੰ ਮਾਨਸਿਕ ਪੱਖੋਂ ਚੁਸਤ ਕਰ ਦਿੱਤਾ ਸੀ, ਜਿਸ ਕਾਰਨ ਉਹਨਾਂ ਦੀਆਂ ਸ਼ਿਕਾਇਤਾਂ ਲੋਪ ਹੋ ਗਈਆਂ ਸਨ, ਕਿਉਂਕਿ ਉਹਨਾਂ ਨੇ ਢਿੱਲੇ ਪਏ ਸਰੀਰ ਅਤੇ ਸੁਸਤ ਹੋਈ ਬੁੱਧੀ ਦੋਹਾਂ ਦੀ ਵਰਤੋਂ ਆਰੰਭ ਦਿੱਤੀ ਸੀ। ਧੰਨਵਾਦ। ਤਬਦੀਲੀ। ਇੱਕ ਬਾਦਸ਼ਾਹ ਬੜਾ ਜ਼ਾਲਮ ਸੀ। ਕੁਝ ਘਟਨਾਵਾਂ ਕਾਰਨ ਉਸ ਵਿੱਚ ਤਬਦੀਲੀ ਵਾਪਰੀ ਤੇ ਲੋਕਾਂ ਦਾ ਪਿਆਰਾ ਬਾਦਸ਼ਾਹ ਬਣ ਗਿਆ। ਉਸ ਨੂੰ ਸੋਝੀ ਹੋ ਗਈ ਸੀ ਕਿ ਭੈੜੇ ਕੰਮਾਂ ਸੋਚਾਂ ਦੇ ਭੈੜੇ ਨਤੀਜੇ ਨਿਕਲਦੇ ਹਨ। ਉਸ ਨੇ ਪੁੱਛਣ ਤੇ ਆਪਣੇ ਵਜ਼ੀਰ ਨੂੰ ਦੱਸਿਆ। ਇੱਕ ਸ਼ਿਕਾਰ ਦੌਰਾਨ ਉਹਨੇ ਵੇਖਿਆ ਕਿ ਲੂੰਬੜ ਪਿੱਛੇ ਸ਼ਿਕਾਰੀ ਕੁੱਤਾ ਲੱਗਿਆ ਹੋਇਆ ਸੀ। ਲੂੰਬੜ ਨੇ ਭਾਵੇਂ ਜਾਨ ਬਚਾ ਲਈ, ਪਰ ਇੱਕ ਲੱਤ ਗਵਾ ਲਈ। ਉਹੀ ਕੁੱਤਾ ਅੱਗੇ ਗਿਆ ਤਾਂ ਕਿਸੇ ਨੇ ਪੱਥਰ ਮਾਰ ਕੇ ਉਸ ਕੁੱਤੇ ਦੀ ਲੱਤ ਤੋੜ ਦਿੱਤੀ। ਵੱਟਾ ਮਾਰਨ ਵੇਲੇ ਉਹ ਘੋੜੇ ਤੋਂ ਉਲਾਰ ਹੋਇਆ ਤੇ ਉਹਦੀ ਬਾਂਹ ਕੁਚਲੀ ਗਈ। ਘਬਰਾਇਆ ਹੋਇਆ ਘੋੜਾ ਟੋਏ ਵਿੱਚ ਡਿੱਗ ਕੇ ਮਰ ਗਿਆ। ਬਾਦਸ਼ਾਹ ਨਾਲ ਵੀ ਇਵੇਂ ਵਾਪਰਿਆ ਸੀ। ਪਹਿਲਾਂ ਪੁੱਤਰ ਮਰ ਗਿਆ, ਫਿਰ ਰਾਣੀ ਮਰ ਗਈ ਸੀ। ਬਾਦਸ਼ਾਹ ਹਰੇਕ ਘਟਨਾ ਨੂੰ ਇਹਨਾਂ ਅਰਥਾਂ 'ਚ ਲੈਣ ਲੱਗ ਪਿਆ। ਵਜ਼ੀਰ ਇਹ ਸੋਚਦਾ ਹੋਇਆ ਚਲਿਆ ਗਿਆ ਕਿ ਬਾਦਸ਼ਾਹ ਸੋਚਣ ਲੱਗ ਪਿਆ ਹੈ ਅਤੇ ਸ਼ਾਂਤੀ ਪ੍ਰੇਮੀ ਹੋ ਗਿਆ ਹੈ। ਇਹਦਾ ਤਖਤਾ ਉਲਟਾਉਣ ਦਾ ਸਮਾਂ ਆ ਗਿਆ ਹੈ। ਇਹਨਾਂ ਖਿਆਲਾਂ ਤੇ ਤਖਤਾ ਉਲਟਾਉਣ ਦੀਆਂ ਸੋਚਾਂ ਵਿੱਚ ਗਵਾਚਿਆ ਵਜ਼ੀਰ ਪੌੜੀਆਂ ਤੋਂ ਤਿਲਕ ਗਿਆ ਤੇ ਉਹਦੀ ਗਰਦਨ ਟੁੱਟ ਗਈ। ਧੰਨਵਾਦ। ਨਰੋਆ ਦ੍ਰਿਸ਼ਟੀਕੋਣ। ਸਾਲ ਦੇ ਮੁੱਕਣ ਤੇ ਇੱਕ ਪ੍ਰਸਿੱਧ ਵਿਅਕਤੀ ਨੇ ਆਪਣੀ ਡਾਇਰੀ ਵਿੱਚ ਲਿਖਿਆ, ਪਿਛਲੇ ਮਹੀਨੇ ਮੇਰਾ ਆਪਰੇਸ਼ਨ ਹੋਇਆ। ਲੰਮਾ ਅਰਸਾ ਬਿਸਤਰੇ 'ਚ ਰਹਿਣਾ ਪਿਆ। 60 ਸਾਲ ਦਾ ਹੋਣ ਤੇ 35 ਸਾਲ ਦੀ ਨੌਕਰੀ ਤੋਂ ਮੁਕਤੀ ਹੋ ਗਈ। ਪਿਛਲੇ ਸਾਲ ਮੇਰੇ ਪਿਤਾ ਸੁਰਗਵਾਸ ਹੋਏ। ਇਸੇ ਸਾਲ ਮੇਰਾ ਬੇਟਾ ਕਾਰ ਹਾਦਸੇ 'ਚ ਬਾਂਹ ਤੁੜਵਾ ਬੈਠਾ, ਜਿਸ ਕਾਰਨ ਮੈਡੀਕਲ ਪ੍ਰੀਖਿਆ ਵਿੱਚ ਫੇਲ ਹੋ ਗਿਆ। ਬਾਂਹ ਨੂੰ 6 ਮਹੀਨੇ ਦਾ ਪਲਸਤਰ ਲੱਗ ਗਿਆ। ਕਾਰ ਦੀ ਟੁੱਟ ਭੱਜ ਵੱਖਰੀ ਹੋਈ। ਹੇ ਪਰਮਾਤਮਾ, ਇਹ ਕਿੰਨਾ ਔਖਾ, ਮੁਸ਼ਕਿਲ, ਉਦਾਸ ਤੇ ਦੁਖਦਾਈ ਵਰ੍ਹਾ ਸੀ। ਇਹ ਲਿਖ ਕੇ ਪਤੀ ਆਪਣੀ ਦਵਾਈ ਲੈਣ ਬਾਜ਼ਾਰ ਚਲਾ ਗਿਆ। ਉਹਦੀ ਗੈਰ ਹਾਜ਼ਰੀ 'ਚ ਖੁੱਲ੍ਹੀ ਡਾਇਰੀ ਨੂੰ ਪਤਨੀ ਨੇ ਪੜ੍ਹਿਆ। ਉਸਨੇ ਪਤੀ ਦੇ ਹਰੇਕ ਨੁਕਤੇ ਨੂੰ ਨਵੇਂ ਢੰਗ ਨਾਲ ਲਿਖਿਆ। ਲੰਘੇ ਸਾਲ ਮੈਂ ਆਪਰੇਸ਼ਨ ਕਰਵਾ ਕੇ ਪ੍ਰੋਸਟੇਟ ਦੀ ਤਕਲੀਫ ਤੋਂ ਛੁਟਕਾਰਾ ਪਾਇਆ। ਮੈਂ ਚੰਗੀ ਸਿਹਤ ਨਾਲ 60 ਸਾਲ ਦਾ ਹੋ ਕੇ 35 ਸਾਲ ਦੀ ਸਤਿਕਾਰ ਵਾਲੀ ਆਨੰਦਮਈ ਨੌਕਰੀ ਤੋਂ ਮੁਕਤ ਹੋਇਆ। ਪੈਨਸ਼ਨ ਮਿਲਦੀ ਹੈ। ਹੁਣ ਮੈਂ ਆਪਣਾ ਸਮਾਂ ਆਪਣੀ ਮਰਜ਼ੀ ਨਾਲ ਗੁਜ਼ਾਰਾਂਗਾ। ਪਿਛਲੇ ਮਹੀਨੇ 95 ਸਾਲਾਂ ਦੇ ਮੇਰੇ ਪਿਤਾ ਬਿਨਾਂ ਕਿਸੇ 'ਤੇ ਨਿਰਭਰ ਹੋਏ ਚੱਲਦੇ ਫਿਰਦੇ ਪਰਮਾਤਮਾ ਕੋਲ ਪਹੁੰਚ ਗਏ। ਪਰਮਾਤਮਾ ਨੇ ਮੇਰੇ ਪੁੱਤਰ ਦੀ ਹਾਦਸੇ ਵਿੱਚ ਰੱਖਿਆ ਕਰਕੇ ਨਵੀਂ ਜ਼ਿੰਦਗੀ ਦਿੱਤੀ। ਸ਼ੁਕਰ ਹੈ ਉਹਦੀਆਂ ਲੱਤਾਂ ਬਾਹਾਂ ਸਲਾਮਤ ਹਨ। ਇਹ ਸਾਲ ਪਰਮਾਤਮਾ ਦੀਆਂ ਬਖਸ਼ਿਸ਼ਾਂ ਨਾਲ ਭਰਪੂਰ ਸੀ। ਬੜਾ ਚੰਗਾ ਗੁਜ਼ਰਿਆ। ਪਤਨੀ ਨੇ ਲਿਖ ਕੇ ਕਾਗਜ਼ ਪਤੀ ਦੀ ਡਾਇਰੀ 'ਚ ਰੱਖ ਦਿੱਤਾ। ਪਤੀ ਪੜ੍ਹ ਕੇ ਹੈਰਾਨ ਹੋਇਆ। ਗੱਲਾਂ ਤਾਂ ਉਹੀ ਸਨ, ਪਰ ਉਹ ਨਿਰੋਏ ਦ੍ਰਿਸ਼ਟੀਕੋਣ ਨਾਲ ਕਹੀਆਂ ਗਈਆਂ ਸਨ। ਧੰਨਵਾਦ। ਮਾਪਿਆਂ ਨੂੰ ਵੰਡਣਾ। ਝਗੜਾ ਨਿਪਟਾਉਣ ਦੀ ਪ੍ਰਕਿਰਿਆ ਆਰੰਭ ਕਰਨ ਵਾਸਤੇ ਪਹਿਲਾਂ ਝਗੜੇ ਨੂੰ ਠੰਡਾ ਹੋਣ ਦੇਣਾ ਚਾਹੀਦਾ ਹੈ। ਦੋਹਾਂ ਧਿਰਾਂ ਦੀਆਂ ਲੋੜਾਂ ਨੂੰ ਸਮਝਣ ਦਾ ਯਤਨ ਕਰਨ ਨਾਲ ਸਮੁੱਚੀ ਸਮੱਸਿਆ ਦਾ ਸੁਭਾਅ ਬਦਲ ਜਾਂਦਾ ਹੈ। ਝਗੜਾ ਐਵੇਂ ਨਿਪਟਾਉਣਾ ਚਾਹੀਦਾ ਹੈ ਕਿ ਨਾ ਕਿਸੇ ਨੂੰ ਜਿੱਤਣ ਦਾ ਅਹਿਸਾਸ ਹੋਵੇ, ਨਾ ਹਾਰਨ ਦੀ ਨਮੋਸ਼ੀ ਹੋਵੇ। ਇੱਕ ਵਾਰੀ 2 ਭਰਾਵਾਂ ਨੇ ਜਦੋਂ ਵੰਡ ਵੰਡਾਈ ਕੀਤੀ ਤਾਂ ਬਾਪੂ ਤੇ ਬੇਬੇ ਵੀ ਵੰਡ ਲਏ।
ਇੱਕ ਪੁੱਤਰ ਕੋਲ ਮਾਂ ਰਹਿੰਦੀ ਸੀ, ਇੱਕ ਨਾਲ ਪਿਤਾ। ਪਿਤਾ ਖੇਤ ਵਿੱਚ ਖੂਹ ਨਾਲ ਬਣੇ ਕਮਰੇ 'ਚ ਰਹਿੰਦਾ ਸੀ, ਜਿੱਥੇ ਪਿੰਡ ਦੀਆਂ ਔਰਤਾਂ ਕੱਪੜੇ ਧੋਣ ਆਉਂਦੀਆਂ ਸਨ ਤੇ ਅਕਸਰ ਨਹਾ ਵੀ ਲੈਂਦੀਆਂ ਸਨ। ਇੱਕ ਦਿਨ ਮਾਂ ਨੂੰ ਰੱਖਣ ਵਾਲੇ ਪੁੱਤਰ ਨੇ ਬਾਪੂ ਨੂੰ ਇਸ ਗੱਲੋਂ ਬੁਰਾ ਭਲਾ ਕਿਹਾ। ਬਾਪੂ ਨੇ ਕਿਹਾ, ਜਿਵੇਂ ਤੁਸੀਂ ਸਾਨੂੰ ਵੱਖ-ਵੱਖ ਕੀਤਾ ਹੈ, ਉਵੇਂ ਆਪ ਵੀ ਵੱਖ-ਵੱਖ ਹੋ ਕੇ ਰਹੋ। ਭਰਾਵਾਂ ਦਾ ਝਗੜਾ ਠੰਡਾ ਹੋ ਗਿਆ ਸੀ। ਬੱਚੇ ਆਪਸ ਵਿੱਚ ਮਿਲਣੋਂ ਖੇਡਣੋਂ ਰਹਿ ਗਏ ਸਨ। ਗੁੱਸੇ ਦੀ ਝੱਗ ਬਹਿ ਗਈ ਸੀ। ਦੋਹਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਨੇ ਮਾਪਿਆਂ ਨੂੰ ਵੱਖ-ਵੱਖ ਕਰਕੇ ਉਹਨਾਂ ਨਾਲ ਬੜੀ ਵੱਡੀ ਵਧੀਕੀ ਕੀਤੀ ਹੈ। ਇਸ ਅਹਿਸਾਸ ਨਾਲ ਭਰਾਵਾਂ ਦਾ ਆਪਸੀ ਝਗੜਾ ਵੀ ਮੁੱਕ ਗਿਆ। ਭਾਵੇਂ ਵੰਡ ਹੋ ਚੁੱਕੀ ਸੀ, ਪਰ ਝਗੜਾ ਮੁੱਕ ਗਿਆ ਸੀ। ਉਹ ਮੁੜ ਇਕੱਠੇ ਰਹਿਣ ਲੱਗ ਪਏ ਸਨ। ਧੰਨਵਾਦ। ਸਵਰਾਜ ਪਾਰਟੀ। ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਸਵਰਾਜ ਪਾਰਟੀ ਨੇ ਵੀ ਚੋਣਾਂ ਲੜੀਆਂ ਸਨ। ਪਾਰਟੀ ਨੇ ਆਪਣਾ ਕੋਈ ਪ੍ਰੋਗਰਾਮ ਨਹੀਂ ਸੀ ਦੱਸਿਆ। ਇਹ ਕਹਿ ਕੇ ਵੋਟਾਂ ਮੰਗੀਆਂ ਸਨ ਕਿ ਸਾਨੂੰ ਜਿਤਾਓ, ਅਸੀਂ ਸਰਕਾਰ ਦਾ ਕੋਈ ਕਾਨੂੰਨ ਪਾਸ ਨਹੀਂ ਹੋਣ ਦਿਆਂਗੇ। ਧੰਨਵਾਦ। ਸ਼ਰਧਾ ਦਾ ਪ੍ਰਗਟਾਵਾ। ਦੂਜੇ ਵਿਸ਼ਵ ਯੁੱਧ ਵਿੱਚ ਇੱਕ ਫੌਜੀ ਪਰਿਵਾਰ ਦੇ 4 ਪੁੱਤਰ ਫੌਜ ਵਿੱਚ ਸਨ, ਜਿਨ੍ਹਾਂ ਵਿੱਚੋਂ 3 ਵੱਖ-ਵੱਖ ਮੋਰਚਿਆਂ 'ਤੇ ਮਾਰੇ ਜਾ ਚੁੱਕੇ ਸਨ। ਜਦੋਂ ਸੈਨਾ ਦੇ ਮੁਖੀ ਨੂੰ ਪਤਾ ਲੱਗਾ ਤਾਂ ਉਹਨੇ ਫੌਜੀ ਖਾਨਦਾਨ ਨੂੰ ਚੱਲਦਾ ਰੱਖਣ ਲਈ ਪਰਿਵਾਰ ਦੇ ਚੌਥੇ ਪੁੱਤਰ ਨੂੰ ਮੋਰਚੇ ਤੋਂ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਅਤੇ ਉਸ ਨੂੰ ਮੋਰਚੇ ਤੋਂ ਸਹੀ ਸਲਾਮਤ ਵਾਪਸ ਲਿਆਉਣ ਲਈ 10 ਵਿਅਕਤੀਆਂ ਦੀ ਟੋਲੀ ਭੇਜੀ ਗਈ, ਜਿਸ ਵਿੱਚੋਂ 4 ਉਹਨੂੰ ਬਚਾਉਣ ਦੇ ਉਪਰਾਲੇ ਵਿੱਚ ਮਾਰੇ ਗਏ। ਚੌਥਾ ਭਰਾ ਜਦੋਂ ਫੌਜ ਤੋਂ ਸੇਵਾ ਮੁਕਤ ਹੋਇਆ ਤਾਂ ਉਹਨੇ ਉਸ ਨੂੰ ਬਚਾਉਣ ਦੇ ਯਤਨ 'ਚ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਦੀ ਦੇਖਭਾਲ ਕਰਨ ਦਾ ਬੀੜਾ ਚੁੱਕਿਆ। ਲੋਕ ਭਲਾਈ ਦੇ ਕੰਮ ਕੀਤੇ ਤੇ 4 ਵਿੱਚੋਂ ਹਰੇਕ ਲਈ ਯਾਦਗਾਰ ਉਸਾਰੀ। ਬੁਢਾਪੇ ਵਿੱਚ ਉਹਨਾਂ 4 ਫੌਜੀਆਂ ਦੀਆਂ ਕਬਰਾਂ 'ਤੇ ਗਿਆ, ਸਲੂਟ ਮਾਰਿਆ ਤੇ ਉਹਨਾਂ ਨੂੰ ਮੁਖਾਤਬ ਹੋ ਕੇ ਕਿਹਾ, ਜਦੋਂ ਤੁਸੀਂ ਆਪਣੀਆਂ ਜਾਨਾਂ ਵਾਰ ਕੇ ਮੇਰੀ ਰੱਖਿਆ ਕੀਤੀ ਸੀ ਤਾਂ ਮੈਂ ਪ੍ਰਣ ਕੀਤਾ ਸੀ ਕਿ ਮੈਂ ਅਜਿਹਾ ਜੀਵਨ ਜੀਵਾਂਗਾ ਕਿ ਤੁਹਾਨੂੰ ਮੇਰੀ ਜਾਨ ਬਚਾਉਣ ਦਾ ਮਾਣ ਹੋਏਗਾ। ਮੇਰਾ ਸਾਰਾ ਜੀਵਨ ਤੁਹਾਡੇ ਪ੍ਰਤੀ ਮੇਰੀ ਸ਼ਰਧਾ ਦਾ ਪ੍ਰਗਟਾਵਾ ਰਿਹਾ ਹੈ। ਧੰਨਵਾਦ। ਗੈਰ ਰਿਵਾਇਤੀ ਕੰਮ। ਪੀਟਰ ਉਸਟਿਨੋਵ ਬਰਤਾਨੀਆ ਦਾ ਪ੍ਰਸਿੱਧ ਲੇਖਕ, ਅਦਾਕਾਰ ਤੇ ਨਾਟਕਕਾਰ ਹੋਇਆ। ਇੱਕ ਕਾਲਜ ਦੇ ਸਾਲਾਨਾ ਸਮਾਗਮ ਵਿੱਚ ਉਹ ਮੁੱਖ ਮਹਿਮਾਨ ਸੀ। ਪ੍ਰਿੰਸੀਪਲ ਨੇ ਬੜੇ ਮਾਣ ਨਾਲ ਕਿਹਾ ਕਿ ਸਾਡੇ ਕਾਲਜ ਵਿੱਚ ਕੇਵਲ 2 ਵਿਦਿਆਰਥੀਆਂ ਤੋਂ ਇਲਾਵਾ ਬਾਕੀ ਸਾਰੇ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ। ਪੀਟਰ ਨੇ ਮੁੱਖ ਮਹਿਮਾਨ ਵਜੋਂ ਆਪਣੇ ਭਾਸ਼ਣ ਵਿੱਚ ਕਿਹਾ, ਆਪਣੇ ਸਕੂਲ ਵਿੱਚ ਮੈਂ ਪਾਸ ਹੋਣ ਤੋਂ ਰਹਿ ਗਿਆ ਸਾਂ। ਮੇਰੇ ਕੋਲ ਸਰਟੀਫਿਕੇਟ ਵਾਲੀ ਕੋਈ ਯੋਗਤਾ ਨਹੀਂ ਹੈ, ਪਰ ਮੈਂ ਮਹਿਸੂਸ ਕੀਤਾ ਹੈ ਕਿ ਸੰਸਾਰ ਵਿੱਚ ਸਰਟੀਫਿਕੇਟਾਂ ਤੋਂ ਬਿਨਾਂ ਯੋਗਤਾ ਵਾਲੇ ਵਿਅਕਤੀਆਂ ਦੀ ਬੜੀ ਲੋੜ ਹੈ। ਅੱਜ ਮੈਂ ਉਹਨਾਂ ਦੇ ਨਾਲ ਖਲੋਣ ਦੀ ਖੁਸ਼ੀ ਮਾਣ ਰਿਹਾ ਜਿਹੜੇ ਮੇਰੇ ਵਾਂਗ ਪਾਸ ਨਹੀਂ ਹੋ ਸਕੇ। ਸੰਸਾਰ ਨੂੰ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਰਵਾਇਤੀ ਸਫਲਤਾ ਪ੍ਰਾਪਤ ਨਹੀਂ ਕਰਦੇ। ਇਹ ਗੈਰ ਰਿਵਾਇਤੀ ਕੰਮ ਕਰਦੇ ਹਨ, ਇਹ ਕੁਝ ਨਵਾਂ ਕਰਦੇ ਹਨ। ਧੰਨਵਾਦ। ਵਿਹਾਰ ਵਿੱਚ ਸੁਧਾਰ। ਮੁਆਫ਼ੀ ਕਿਵੇਂ ਮੰਗਣੀ ਚਾਹੀਦੀ ਹੈ? ਮੁਆਫ਼ੀ ਸਿੱਧੀ ਤੇ ਸਪਸ਼ਟ ਹੋਣੀ ਚਾਹੀਦੀ ਹੈ। ਇਹ ਨਾ ਕਹੋ ਕਿ ਜੇ ਤੁਹਾਨੂੰ ਠੇਸ ਲੱਗੀ ਹੈ ਤਾਂ ਮੈਂ ਮਾਫ਼ੀ ਮੰਗਦਾ ਹਾਂ। ਜ਼ਰੂਰੀ ਨਹੀਂ ਕਿ ਤੁਹਾਡੇ ਮਾਫ਼ੀ ਮੰਗਣ 'ਤੇ ਤੁਹਾਨੂੰ ਮਾਫ਼ ਕਰ ਦਿੱਤਾ ਜਾਏਗਾ। ਮਾਫ਼ੀ ਪ੍ਰਵਾਨ ਹੋਵੇ ਨਾ ਹੋਵੇ, ਤੁਹਾਡੇ ਮਨ ਤੋਂ ਬੋਝ ਉਤਰ ਜਾਏਗਾ। ਹੋਰਾਂ ਦੇ ਸਾਹਮਣੇ ਮਾਫ਼ੀ ਮੰਗੋ। ਅਜਿਹਾ ਕਰਨ ਨਾਲ ਮਾਫ਼ੀ ਦਾ ਕੱਦ ਤੇ ਮਹੱਤਵ ਵੱਧ ਜਾਂਦਾ ਹੈ। ਮਾਫ਼ੀ ਮੰਗਦਿਆਂ ਇਸ ਵਿਵਾਦ ਵਿੱਚ ਨਾ ਪਾਓ ਕਿ ਤੁਸੀਂ ਕਸੂਰਵਾਰ ਹੋ ਕਿ ਨਹੀਂ। ਜੋ ਵਾਪਰਿਆ ਹੈ ਉਸ ਬਾਰੇ ਕਹੋ ਕਿ ਅਜਿਹਾ ਨਹੀਂ ਵਾਪਰਨਾ ਚਾਹੀਦਾ ਸੀ, ਅਤੇ ਦੱਸੋ ਕਿ ਅਜਿਹਾ ਮੁੜ ਨਾ ਵਾਪਰਨ ਲਈ ਤੁਸੀਂ ਕਿਹੜੇ ਉਪਰਾਲੇ ਕਰੋਗੇ। ਤੁਹਾਨੂੰ ਆਪਣੀ ਮਾਫ਼ੀ ਵਿੱਚ ਭਰੋਸਾ ਹੋਣਾ ਚਾਹੀਦਾ ਹੈ। ਭਰੋਸੇ ਵਾਲੀ ਮਾਫ਼ੀ ਨਾਲ ਰਿਸ਼ਤਾ ਟੁੱਟੇਗਾ ਨਹੀਂ, ਕਿਉਂਕਿ ਤੁਹਾਡੇ ਵਿਹਾਰ ਵਿੱਚ ਸੁਧਾਰ ਵਾਪਰੇਗਾ। ਧੰਨਵਾਦ। ਜਦੋਜਹਿਦ। ਪਿਤਾ ਅਨਜਾਨ ਫਿਲਮ ਉਦਯੋਗ ਵਿੱਚ ਗੀਤਕਾਰ ਸੀ। ਪੁੱਤਰ ਸਮੀਰ ਬੈਂਕ 'ਚ ਨੌਕਰ ਸੀ। ਉਸ ਨੂੰ ਵੀ ਗੀਤ ਲਿਖਣ ਦਾ ਸ਼ੌਕ ਸੀ। ਕਲਾਕਾਰ ਵਿੱਚ 2 ਗੁਣ ਹੋਣੇ ਲਾਜ਼ਮੀ ਹੁੰਦੇ ਹਨ, ਅਵਾਰਗੀ ਤੇ ਤਨਹਾਈ। ਸਮੀਰ ਵਿੱਚ ਦੋਵੇਂ ਸਨ। ਇੱਕ ਵਾਰੀ ਮਾਂ ਨੂੰ ਦੱਸੇ ਬਿਨਾਂ ਉਹ ਗੱਡੀ ਚੜ੍ਹ ਕੇ ਬੰਬਈ ਪਹੁੰਚ ਗਿਆ। ਪਿਤਾ ਨੂੰ ਫਿਲਮ ਜਗਤ ਦੇ ਨਿਰਦਈ ਵਿਹਾਰ ਦਾ ਅਨੁਭਵ ਸੀ।
ਸੋ ਉਹ ਪੁੱਤਰ ਨੂੰ ਇਸ ਖੇਤਰ ਤੋਂ ਪਰੇ ਰੱਖਣਾ ਚਾਹੁੰਦਾ ਸੀ। ਅਚਾਨਕ ਇੱਕ ਹੋਟਲ ਵਿੱਚ ਪਿਓ ਪੁੱਤਰ ਦਾ ਮੇਲ ਹੋ ਗਿਆ। ਪਿਤਾ ਨੇ ਝਾੜਿਆ ਪਰ ਕਿਹਾ, ਹੁਣ ਜੇ ਤੂੰ ਆ ਹੀ ਗਿਆ ਤਾਂ ਮੇਰੇ ਕੋਲ ਰਿਹਾ ਕਰ। ਪਿਤਾ ਨੇ ਪੁੱਤਰ ਨੂੰ 3 ਸਵਾਲ ਪੁੱਛੇ। ਪਹਿਲਾ ਸਵਾਲ, ਕਿਸੇ ਨਾਲ ਪਿਆਰ ਹੋਇਆ ਹੈ? ਹਾਂ ਹੋਇਆ। ਜਦੋਂ ਹੋਇਆ ਸੀ ਕੀ ਸੋਚਿਆ ਸੀ? ਜਦੋਂ ਪਿਆਰ ਹੁੰਦਾ ਉਦੋਂ ਸੋਚਦਾ ਕੌਣ ਹੈ ਕਿ ਕੀ ਹੋਏਗਾ? ਪਿਤਾ ਨੇ ਕਿਹਾ, ਫਿਲਮ ਉਦਯੋਗ ਪ੍ਰੇਮਿਕਾ ਵਾਂਗ ਹੈ, ਜਿਹੜੀ ਵਫਾਦਾਰ ਘੱਟ ਤੇ ਬੇਵਫਾ ਵਧੇਰੇ ਹੁੰਦੀ ਹੈ। ਜੇ ਤੂੰ ਸੱਚਾ ਪ੍ਰੇਮੀ ਹੈ ਤਾਂ ਤੂੰ ਪਰਵਾਹ ਨਹੀਂ ਕਰੇਗਾ ਕਿ ਉਹ ਵਫਾਦਾਰ ਹੈ ਕਿ ਨਹੀਂ, ਪਰ ਤੂੰ ਵਫਾਦਾਰ ਰਹੇਂਗਾ। ਦੂਜਾ ਸਵਾਲ, ਪ੍ਰਸਿੱਧੀ ਦੇ ਸਵਰਗ ਪਹੁੰਚਣ ਲਈ ਮਰਨਾ ਪੈਂਦਾ ਹੈ, ਮਰਨ ਲਈ ਤਿਆਰ ਹੈ? ਹਾਂ ਤਿਆਰ ਹਾਂ। ਤੀਜਾ ਸਵਾਲ, ਪੈਸੇ ਹਨ? ਪੈਸੇ ਕਮਾਵਾਂਗਾ। ਤੈਨੂੰ ਪੈਸੇ ਲੋੜ ਪਏ ਤਾਂ ਮੈਂ ਦਿਆਂਗਾ, ਪਰ ਆਪਣਾ ਗੀਤ ਤੇਰੇ ਨਾਂ ਨਹੀਂ ਲਾਵਾਂਗਾ। ਜੇ ਤੇ ਜਦੋਂ ਤੂੰ ਮੇਰਾ ਗੀਤ ਆਪਣੇ ਨਾਂ ਹੇਠ ਛਪਵਾਇਆ ਤਾਂ ਕੰਨ ਫੜ ਕੇ ਬਾਹਰ ਕੱਢ ਦਿਆਂਗਾ। ਜਦੋਜਹਿਦ ਤੈਨੂੰ ਮਰਨ ਨਹੀਂ ਦੇਏਗੀ। ਪਹਿਲਾਂ ਸਫਲਤਾ ਲਈ ਜਦੋਜਹਿਦ ਕਰਨੀ ਪਏਗੀ, ਫਿਰ ਪ੍ਰਸਿੱਧੀ ਬਣਾਈ ਰੱਖਣ ਲਈ ਜਦੋਜਹਿਦ ਕਰਨੀ ਹੋਏਗੀ। ਅੱਜ ਤੇਰੀ ਨਵੀਂ ਜ਼ਿੰਦਗੀ ਦਾ ਪਹਿਲਾ ਦਿਨ ਹੈ। ਧੰਨਵਾਦ। ਸਹੇਲੀਆਂ। 80 ਸਾਲ ਦੀਆਂ ਸਹੇਲੀਆਂ ਇਕੱਠੀਆਂ ਹੋਈਆਂ। ਭਾਵੇਂ ਸਰੀਰਾਂ ਵਿੱਚ ਲਚਕ ਨਹੀਂ ਸੀ, ਪਰ ਉਹ ਆਪਣੇ ਪ੍ਰੇਮੀਆਂ ਦੀਆਂ ਗੱਲਾਂ ਬੜੇ ਜੋਸ਼ ਨਾਲ ਕਰਦੀਆਂ ਰਹੀਆਂ। ਨਵੀਆਂ ਕੁੜੀਆਂ ਨੂੰ ਵੇਖ ਕੇ ਇੱਕ ਨੇ ਦੂਜੀ ਨੂੰ ਕਿਹਾ, ਕਿਸੇ ਵੇਲੇ ਅਸੀਂ ਵੀ ਜਵਾਨ ਤੇ ਸੋਹਣੀਆਂ ਸਾਂ, ਹੁਣ ਤਾਂ ਕੇਵਲ ਸੋਹਣੀਆਂ ਹੀ ਆ। ਧੰਨਵਾਦ। ਅਨੁਵਾਦਕ। ਵੈਲੀ ਪੁਰਾਤਨ ਚੀਨੀ ਲਿਖਤਾਂ ਦਾ ਵਿਸ਼ਵ ਪ੍ਰਸਿੱਧ ਅਨੁਵਾਦਕ ਹੈ, ਪਰ ਉਹ ਕਦੇ ਚੀਨ ਨਹੀਂ ਗਿਆ। ਇੱਕ ਕਾਨਫਰੰਸ ਵਿੱਚ ਕਿਸੇ ਨੇ ਪੁੱਛਿਆ, ਤੁਸੀਂ ਚੀਨ ਕਿਉਂ ਨਹੀਂ ਗਏ? ਉਹਨੇ ਉੱਤਰ ਦਿੱਤਾ, ਮੇਰੇ ਮਨ ਵਿੱਚ ਪੁਰਾਤਨ ਤੇ ਸ਼ਾਹਾਨਾ ਚੀਨ ਦਾ ਸੁਪਨੇ ਵਰਗਾ ਇੱਕ ਖਿਆਲ ਹੈ, ਜਿਹੜਾ ਅੱਜ ਦੇ ਚੀਨ ਨੂੰ ਵੇਖ ਕੇ ਮੈਂ ਟੁੱਟਾ ਹੋਇਆ ਵੇਖਣਾ ਨਹੀਂ ਚਾਹੁੰਦਾ। ਧੰਨਵਾਦ। ਪਾਪ। ਪਾਪ ਨਾ ਕਰੋ, ਪਾਪ ਨਾ ਕਰੋ ਨਿਰੰਤਰ ਕਿਹਾ ਜਾਂਦਾ ਹੈ, ਪਰ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਪਾਪ ਕਰਨ ਵਿੱਚੋਂ ਆਨੰਦ ਮਿਲਦਾ ਹੈ। ਮਨੁੱਖ ਜੋ ਕਰਨਾ ਚਾਹੁੰਦਾ ਹੈ ਉਸ 'ਤੇ ਹਰ ਧਰਮ ਰੋਕ ਲਾ ਕੇ ਉਸ ਨੂੰ ਪਾਪ ਐਲਾਨ ਦਿੰਦਾ ਹੈ। ਇੱਕ ਪਾਦਰੀ ਨੇ 500 ਤੋਂ ਵੱਧ ਪਾਪਾਂ ਦੀ ਸੂਚੀ ਜਾਰੀ ਕੀਤੀ ਹੈ। ਚਰਚ ਆਉਣ ਵਾਲੇ ਤੇ ਹੋਰ ਵੀ ਉਹ ਸੂਚੀ ਲੈਣ ਦੇ ਚਾਹਵਾਨ ਹਨ, ਕਿਉਂਕਿ ਉਹ ਸਾਰੇ ਜਾਣਨਾ ਚਾਹੁੰਦੇ ਹਨ ਕਿ ਕਿਹੜੇ ਪਾਪ ਕਰਨੇ ਰਹਿ ਗਏ ਹਨ। ਪ੍ਰਾਰਥਨਾ। ਜਦੋਂ ਕੋਈ ਇਕਾਗਰ ਚਿੱਤ ਨਾਲ ਪ੍ਰਾਰਥਨਾ ਕਰਦਾ ਹੈ ਤਾਂ ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ ਅਤੇ ਉਹ ਪਰਮ ਸ਼ਕਤੀ ਦੇ ਕੇਂਦਰ ਨੂੰ ਮੁਖਾਤਿਬ ਹੋ ਰਿਹਾ ਹੁੰਦਾ ਹੈ। ਦਿੱਲੀ ਯੂਨੀਵਰਸਿਟੀ ਦੇ ਉੱਘੇ ਪ੍ਰੋਫੈਸਰ ਡਾਕਟਰ ਹਰਭਜਨ ਸਿੰਘ ਦੀ ਆਵਾਜ਼ ਗੁਆਚ ਗਈ ਸੀ। ਅੰਮ੍ਰਿਤਸਰ ਯੂਨੀਵਰਸਿਟੀ ਵਿੱਚ ਬਹੁਤ ਪਹਿਲਾਂ ਦੇ ਵਿਉਂਤੇ ਹੋਏ ਇੱਕ ਸਮਾਗਮ ਵਿੱਚ ਉਹਨਾਂ ਨੇ ਪ੍ਰਧਾਨਗੀ ਕਰਨੀ ਸੀ। ਜਦੋਂ ਆਵਾਜ਼ ਅਚਾਨਕ ਗੁਆਚ ਗਈ ਤਾਂ ਉਹਨਾਂ ਨੇ ਆਪਣਾ ਪ੍ਰਧਾਨਗੀ ਭਾਸ਼ਣ ਲਿਖ ਕੇ ਲਿਆਂਦਾ, ਜਿਹੜਾ ਕਿਸੇ ਹੋਰ ਨੂੰ ਪੜ੍ਹਨ ਲਈ ਦਿੱਤਾ ਜਾਣਾ ਸੀ। ਉਹਨਾਂ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਣਾ ਸੀ। ਮੱਥਾ ਟੇਕਦਿਆਂ ਉਹਨਾਂ ਨੇ ਪ੍ਰਾਰਥਨਾ ਕੀਤੀ ਕਿ ਉਹਨਾਂ ਦੀ ਆਵਾਜ਼ ਮੁੜ ਆਏ। ਇਹ ਵੀ ਪ੍ਰਾਰਥਨਾ ਕੀਤੀ ਕਿ ਮੈਂ ਆਪਣੀ ਆਵਾਜ਼ ਦੀ ਸ਼ੁਭ ਵਚਨਾਂ ਲਈ ਹੀ ਵਰਤੋਂ ਕਰਾਂਗਾ। ਉਹਨਾਂ ਨੂੰ ਪ੍ਰਾਰਥਨਾ ਨਾਲ ਅੰਦਰੋਂ ਹੁੰਗਾਰਾ ਮਿਲ ਗਿਆ ਸੀ ਕਿ ਆਵਾਜ਼ ਮੁੜ ਆਏਗੀ। 3 ਘੰਟੇ ਮਗਰੋਂ ਉਹ ਸਮਾਗਮ ਵਿੱਚ ਪ੍ਰਧਾਨਗੀ ਭਾਸ਼ਣ ਦੇਣ ਲਈ ਖੜ੍ਹੇ ਹੋਏ। ਕੁਝ ਵਾਕ ਹੌਲੀ-ਹੌਲੀ ਰੁਕ-ਰੁਕ ਕੇ ਬੋਲੇ, ਫਿਰ ਪਹਿਲਾਂ ਵਾਂਗ ਉਹ ਪੂਰੇ ਜਲਾਅ ਵਿੱਚ ਬੋਲਣ ਲੱਗ ਪਏ। ਧੰਨਵਾਦ। ਜੈਕ ਕੁਲਬੀ ਨੇ ਮਾਈਕਰੋਚਿਪ ਦੀ ਕਾਢ ਨਾਲ ਸੰਸਾਰ ਵਿੱਚ ਸੂਚਨਾ ਕ੍ਰਾਂਤੀ ਲਿਆਂਦੀ ਸੀ। ਇਸ ਕੁਲਬੀ ਨੂੰ ਅਮਰੀਕਾ ਦੇ ਇੰਜੀਨੀਅਰਿੰਗ ਮੈਸਾਚੂਸਟ ਇੰਸਟੀਚਿਊਟ ਵਿੱਚ ਦਾਖਲਾ ਨਹੀਂ ਸੀ ਮਿਲਿਆ, ਕਿਉਂਕਿ ਦਾਖਲੇ ਲਈ 500 ਅੰਕ ਚਾਹੀਦੇ ਸਨ, ਪਰ ਕੁਲਬੀ ਦੇ 3 ਅੰਕ ਘੱਟ ਸਨ। ਕੁਲਬੀ ਨੂੰ ਦੁਨੀਆ ਵਿੱਚ ਇੰਜੀਨੀਅਰਿੰਗ ਦਾ ਹਰੇਕ ਇਨਾਮ ਮਿਲਿਆ, ਨੋਬੇਲ ਪੁਰਸਕਾਰ ਵੀ ਮਿਲਿਆ, ਪਰ ਅਲਜਬਰੇ ਦਾ ਇੱਕ ਪ੍ਰਸ਼ਨ ਹੱਲ ਨਾ ਕਰ ਸਕਣ ਕਰਕੇ ਦਾਖਲਾ ਨਾ ਮਿਲਣ ਦੀ ਉਦਾਸੀ ਸਾਰਾ ਜੀਵਨ ਉਹ ਭੁੱਲ ਨਾ ਸਕਿਆ। ਕਈ ਅਸਫਲਤਾਵਾਂ ਯਤਨ ਕਰਨ ਦੇ ਬਾਵਜੂਦ ਨਹੀਂ ਭੁੱਲਦੀਆਂ। ਸੰਸਾਰ ਵਿੱਚ ਸੰਪੂਰਨ ਸਫਲਤਾ ਕਿਸੇ ਨੂੰ ਨਹੀਂ ਮਿਲਦੀ। ਧੰਨਵਾਦ। ਵਿਦਿਆਰਥੀ। ਕੁਝ ਵਿਦਿਆਰਥੀ ਕਲਾਸ 'ਚ ਬੈਠੇ ਹੁੰਦੇ ਹਨ, ਬਹੁਤੇ ਫਸੇ ਹੁੰਦੇ ਹਨ। ਕੁਝ ਬੈਠੇ ਜ਼ਰੂਰ ਹੁੰਦੇ ਹਨ ਪਰ ਹੁੰਦੇ ਗੈਰ ਹਾਜ਼ਰ ਹਨ।
ਕੁਝ ਹੈਰਾਨ ਹੋ ਰਹੇ ਹੁੰਦੇ ਹਨ, ਬਹੁਤੇ ਪਰੇਸ਼ਾਨ ਕਰ ਰਹੇ ਹੁੰਦੇ ਹਨ, ਕੁਝ ਸੁਣ ਰਹੇ ਹੁੰਦੇ ਹਨ, ਕੁਝ ਸੁਣਨ ਦਾ ਦਿਖਾਵਾ ਕਰ ਰਹੇ ਹੁੰਦੇ ਹਨ, ਕੁਝ ਪੀਰੀਅਡ ਦਾ ਮੁੱਕਣਾ ਉਡੀਕ ਰਹੇ ਹੁੰਦੇ ਹਨ ਕਿਉਂਕਿ ਬਾਹਰ ਕੋਈ ਉਡੀਕ ਰਿਹਾ ਹੁੰਦਾ ਹੈ। ਧੰਨਵਾਦ। ਸੁੱਖ ਦੀ ਕੀਮਤ। ਬਾਦਸ਼ਾਹ ਕਿਸ਼ਤੀ ਵਿੱਚ ਸਮੁੰਦਰ ਦੀ ਸੈਰ ਲਈ ਨਿਕਲਿਆ। ਕਈ ਗੁਲਾਮ ਨਾਲ ਸਨ। ਇੱਕ ਗੁਲਾਮ ਪਹਿਲੀ ਵਾਰ ਸਮੁੰਦਰ ਵੇਖ ਕੇ ਡਰ ਕੇ ਰੋਣ ਲੱਗ ਪਿਆ। ਬਾਦਸ਼ਾਹ ਦੀ ਸੈਰ ਦਾ ਆਨੰਦ ਜਾਂਦਾ ਰਿਹਾ। ਇੱਕ ਨੇ ਕਿਹਾ, ਜੇ ਆਗਿਆ ਹੋਵੇ ਤਾਂ ਇਹਨੂੰ ਚੁੱਪ ਕਰਾਵਾਂ। ਉਹਨੇ ਗੁਲਾਮ ਨੂੰ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤਾ। ਗੋਤੇ ਖਾਧੇ। ਕੁਝ ਪਲਾਂ ਮਗਰੋਂ ਖਿੱਚ ਕੇ ਕਿਸ਼ਤੀ 'ਚ ਬਿਠਾ ਦਿੱਤਾ। ਚੁੱਪ ਕਰਕੇ ਸ਼ਾਂਤ ਹੋ ਕੇ ਬੈਠਾ ਰਿਹਾ। ਬਾਦਸ਼ਾਹ ਨੇ ਪੁੱਛਿਆ, ਇਸ ਜੁਗਤ ਦਾ ਕੀ ਅਰਥ ਹੈ? ਜੁਗਤ ਇਹ ਸੀ ਕਿ ਇਹਨੇ ਅੱਜ ਤੋਂ ਪਹਿਲਾਂ ਡੁੱਬਣ ਦਾ ਕਸ਼ਟ ਨਹੀਂ ਸੀ ਝੱਲਿਆ ਤੇ ਉਹ ਕਿਸ਼ਤੀ ਵਿੱਚ ਸੁਰੱਖਿਅਤ ਹੋਣ ਦੀ ਕੀਮਤ ਤੋਂ ਅਣਜਾਣ ਸੀ। ਉਸਨੇ ਗੋਤੇ ਖਾ ਕੇ ਇਹ ਕੀਮਤ ਜਾਣੀ ਹੈ। ਸੁੱਖ ਦੀ ਕੀਮਤ ਉਹ ਜਾਣਦਾ ਹੈ ਜਿਹਨੇ ਦੁੱਖ ਵੇਖਿਆ ਹੋਵੇ। ਧੰਨਵਾਦ। ਤੀਜਾ ਘੜਾ। ਉਹ ਜਵਾਨ ਸੀ, ਕੱਸੀ ਤੇ ਖਲੋਤਾ ਸੀ। ਘੜਾ ਭਰਦੀ ਮੁਟਿਆਰ ਚੰਗੀ ਲੱਗਦੀ ਸੀ। ਉਹਨੇ ਕਿਹਾ, ਮੈਨੂੰ ਘੜਾ ਹੀ ਚੁਕਵਾ ਦੇ। ਚੁਕਵਾ ਦਿੱਤਾ। ਅੱਖਾਂ ਮਿਲੀਆਂ। ਇੱਥੇ ਹੀ ਖੜੀ, ਮੈਂ ਹੋਰ ਘੜਾ ਲੈਣ ਆਉਣਾ। ਖੜੋਤਾ ਰਿਹਾ, ਕਵੀਆਂ ਵਾਂਗ ਸੋਚਦਾ ਰਿਹਾ, ਗਜ਼ਲਾਂ ਘੜਦਾ ਰਿਹਾ। ਦੂਜਾ ਚੁਕਵਾਉਣ ਦੇ ਖਿਆਲ ਨਾਲ ਸੋਚਦਾ, ਜੇ ਤੀਜਾ ਘੜਾ ਲੈਣ ਆਵੇ ਤਾਂ ਕੁਝ ਹਨੇਰਾ ਹੋ ਜਾਏਗਾ। ਦੂਜਾ ਚੁਕਵਾਉਣ ਵੇਲੇ ਪੁੱਛਿਆ, ਤੀਜਾ ਘੜਾ ਵੀ ਲੈਣ ਆਏਂਗੀ? ਹਾਂ, ਹੁਣੇ ਆਉਣੀ ਆ। ਜਾਈ ਨਾ, ਘੜਾ ਚੁਕਵਾ ਕੇ ਜਾਈ। ਉਹਨੇ ਸੋਚਿਆ, ਆਏਗੀ, ਮੈਂ ਲਾਹੌਰ ਲੈ ਜਾਵਾਂਗਾ ਤੇ ਆਪਣੇ ਵਿਆਹੇ ਦੋਸਤ ਕੋਲ ਅਸੀਂ ਦੋਵੇਂ ਰਹਾਂਗੇ। ਵਿਆਹ ਕਰਵਾ ਲਾਂਗੇ। ਖੜੋਤਾ ਰਿਹਾ ਅੱਧੀ ਰਾਤ ਤੱਕ। ਕੋਈ ਆਉਂਦਾ ਤਾਂ ਭੂਤ ਵਾਂਗ ਦਿਸਦਾ। ਅਗਲੀ ਸਵੇਰ ਨੂੰ ਚਲਾ ਗਿਆ ਲਾਹੌਰ ਪੜ੍ਹਨ ਵਾਸਤੇ। ਫੌਜ ਵਿੱਚ ਭਰਤੀ ਹੋ ਗਿਆ। ਲੈਫਟੀਨੈਂਟ ਕਰਨਲ ਬਣ ਕੇ ਸੇਵਾ ਮੁਕਤ ਹੋਇਆ। ਉਸ ਤੀਜੇ ਘੜੇ ਨੇ ਦੋਹਾਂ ਦੀ ਜ਼ਿੰਦਗੀ ਬਦਲ ਦਿੱਤੀ ਸੀ। ਧੰਨਵਾਦ। ਸਮੱਸਿਆ ਦਾ ਹੱਲ। ਇੱਕ ਵਿਅਕਤੀ ਦਾ ਕਾਫੀ ਹਾਊਸ ਸੀ। ਐਤਵਾਰ ਹੋਣ ਕਰਕੇ ਬੜੀ ਗਾਹਕੀ ਸੀ। ਮਾਲਕ ਸਵੇਰ ਤੋਂ ਖਲੋ ਕੇ ਕਾਫੀ ਦੇ ਪਿਆਲੇ ਤਿਆਰ ਕਰ ਰਿਹਾ ਸੀ। ਸ਼ਾਮ ਹੁੰਦੇ ਹੁੰਦੇ ਉਹਦਾ ਸਿਰ ਦੁਖਣ ਲੱਗ ਪਿਆ। ਉਹ ਕਾਊਂਟਰ ਕਿਸੇ ਨੂੰ ਸੰਭਾਲ ਕੇ ਸਾਹਮਣੇ ਗੁਪਤਾ ਜੀ ਦੀ ਦਵਾਈਆਂ ਦੀ ਦੁਕਾਨ ਤੋਂ ਸਿਰ ਦਰਦ ਦੀ ਦਵਾਈ ਲੈਣ ਚਲਾ ਗਿਆ। ਗੁਪਤਾ ਜੀ ਹਾਜ਼ਰ ਨਹੀਂ ਸਨ। ਨੌਕਰ ਨੇ ਦੱਸਿਆ, ਗੁਪਤਾ ਜੀ ਸਵੇਰ ਤੋਂ ਦੁਕਾਨ 'ਚ ਇਕੱਲੇ ਹੋਣ ਕਰਕੇ ਥੱਕ ਗਏ ਸਨ, ਸੋ ਥਕਾਵਟ ਲਾਉਣ ਲਈ ਸਾਹਮਣੇ ਦੇ ਕੌਫੀ ਹਾਊਸ ਵਿੱਚੋਂ ਕੌਫੀ ਪੀਣ ਗਏ ਹਨ। ਜ਼ਿੰਦਗੀ ਵਿੱਚ ਵੀ ਇਵੇਂ ਹੁੰਦਾ ਹੈ। ਕਈ ਵਾਰੀ ਅਸੀਂ ਕਿਸੇ ਦੀ ਸਮੱਸਿਆ ਦਾ ਹੱਲ ਹੁੰਦੇ ਹਾਂ, ਕਈ ਵਾਰੀ ਕੋਈ ਹੋਰ ਸਾਡੀ ਸਮੱਸਿਆ ਦਾ ਹੱਲ ਹੁੰਦਾ ਹੈ। ਹਰੇਕ ਵਿਅਕਤੀ ਕਿਸੇ ਲਈ ਸਮੱਸਿਆ ਹੁੰਦਾ ਹੈ, ਕਿਸੇ ਲਈ ਉਹਦੀ ਸਮੱਸਿਆ ਦਾ ਹੱਲ ਹੁੰਦਾ ਹੈ। ਧੰਨਵਾਦ। ਅੱਧਾ ਸੱਚ। ਪਹਿਲਾਂ ਕਿਸੇ ਦੇ ਕਹੇ ਬੋਲੇ ਦੀਆਂ ਦੋ ਹੀ ਵੰਨਗੀਆਂ ਹੁੰਦੀਆਂ ਸਨ, ਸੱਚ ਜਾਂ ਝੂਠ। ਹੁਣ ਇੱਕ ਨਵੀਂ ਵੰਨਗੀ ਸਥਾਪਿਤ ਹੋ ਰਹੀ ਹੈ, ਅੱਧਾ ਸੱਚ। ਅਜੋਕੇ ਕਥਨਾਂ ਤੋਂ ਪਤਾ ਹੀ ਨਹੀਂ ਲੱਗਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਉਦਾਹਰਨ ਵਜੋਂ ਕਿਹਾ ਜਾਂਦਾ ਹੈ ਕਿ ਜਲਿਆਂਵਾਲੇ ਬਾਗ ਵਿੱਚ ਜਨਰਲ ਉਡਵਾਇਰ ਦੇ ਗੋਲੀ ਚਲਾਉਣ ਦੇ ਹੁਕਮ ਨਾਲ ਲਗਭਗ 400 ਪੰਜਾਬੀ ਮਾਰੇ ਗਏ ਸਨ ਤੇ ਕਿਹਾ ਜਾਂਦਾ ਹੈ ਕਿ ਕਿਸੇ ਉਡਵਾਇਰ ਨੂੰ ਦਰਬਾਰ ਸਾਹਿਬ 'ਚ ਬੁਲਾ ਕੇ ਸਨਮਾਨਿਤ ਕਰਨ ਵਾਲਾ ਸਰੋਪਾ ਦਿੱਤਾ ਗਿਆ ਸੀ ਅਤੇ ਇਹ ਕਹਿ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਰਿਹਾ ਹੈ। ਇਹ ਅੱਧਾ ਸੱਚ ਹੈ। ਪੂਰਾ ਸੱਚ ਇਹ ਹੈ ਕਿ ਉਸ ਸਮੇਂ ਦਰਬਾਰ ਸਾਹਿਬ, ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਆਦਿ ਗੁਰਦੁਆਰੇ ਮਹੰਤਾਂ ਦੇ ਕਬਜ਼ੇ 'ਚ ਸਨ, ਜਿਨ੍ਹਾਂ ਤੋਂ ਸਿੱਖ ਮਹੰਤਾਂ ਦਾ ਕਬਜ਼ਾ ਹਟਾਉਣਾ ਚਾਹੁੰਦੇ ਸਨ, ਜਿਹੜਾ ਮਗਰੋਂ ਗੁਰਦੁਆਰਾ ਸੁਧਾਰ ਲਹਿਰ ਨਾਲ ਹਟਾਇਆ ਗਿਆ। ਸਿੱਖਾਂ ਨੇ ਨਹੀਂ, ਮਹੰਤਾਂ ਨੇ ਅੰਗਰੇਜ਼ਾਂ ਦੀ ਰੱਖਿਆ ਪ੍ਰਾਪਤ ਕਰਨ ਲਈ ਸਰੋਪਾ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਗਾਂਧੀ ਜੀ ਹਮੇਸ਼ਾ ਰੇਲ ਦੇ ਸਭ ਤੋਂ ਹੇਠਲੇ ਦਰਜੇ 'ਚ ਸਫ਼ਰ ਕਰਦੇ ਸਨ। ਪੂਰਾ ਸੱਚ ਇਹ ਹੈ ਕਿ ਸਾਰਾ ਡੱਬਾ ਹੀ ਗਾਂਧੀ ਜੀ ਲਈ ਰਾਖਵਾਂ ਹੁੰਦਾ ਸੀ ਤੇ ਡੱਬੇ ਵਿੱਚ 30-40 ਪੁਰਸ਼ ਤੇ ਇਸਤਰੀਆਂ ਗਾਂਧੀ ਜੀ ਦੀ ਸੇਵਾ ਤੇ ਦੇਖਭਾਲ ਲਈ ਹਾਜ਼ਰ ਹੁੰਦੇ ਸਨ। ਕਿਹਾ ਜਾਂਦਾ ਹੈ ਕਿ ਬਾਬਰੀ ਮਸਜਿਦ ਢਾਏ ਜਾਣ ਤੇ ਉਸ ਸਮੇਂ ਦੇ ਮੁੱਖ ਮੰਤਰੀ ਨੂੰ ਜੁਰਮਾਨਾ ਤੇ ਕੈਦ ਹੋਈ ਸੀ। ਪੂਰਾ ਸੱਚ ਇਹ ਹੈ ਕਿ ਜੁਰਮਾਨਾ 1 ਰੁਪਈਆ ਤੇ ਜੇਲ੍ਹ 1 ਦਿਨ ਦੀ ਹੋਈ ਸੀ। ਧੰਨਵਾਦ। ਸੁਪਨਾ।
ਅਕਸਰ ਪੈਰੋਕਾਰ ਆਪਣੇ ਆਗੂਆਂ ਦੇ ਸੁਪਨਿਆਂ ਨੂੰ ਰੋਲ ਦਿੰਦੇ ਹਨ। ਜਿਸ ਦਿਨ ਪਾਕਿਸਤਾਨ ਦਾ ਨਿਰਮਾਣ ਹੋਇਆ ਸੀ, ਉਸੇ ਪਹਿਲੇ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਅਸੈਂਬਲੀ 'ਚ ਭਾਸ਼ਣ ਦਿੰਦਿਆਂ ਕਿਹਾ ਸੀ, ਮੁਸਲਿਮ ਬਹੁ ਗਿਣਤੀ ਵਾਲਾ ਪਾਕਿਸਤਾਨ ਅਸੀਂ ਲੈ ਲਿਆ, ਪਰ ਪਾਕਿਸਤਾਨ ਇਸਲਾਮਿਕ ਮੁਲਕ ਨਹੀਂ ਬਣੇਗਾ। ਪਾਕਿਸਤਾਨ ਦਾ ਵਿਧਾਨ ਹਰ ਸ਼ਹਿਰੀ ਨੂੰ ਕਿਸੇ ਧਰਮ, ਜ਼ਾਤ ਤੇ ਲਿੰਗ ਦੇ ਭੇਦਭਾਵ ਤੋਂ ਬਿਨਾਂ ਸਭ ਨੂੰ ਬਰਾਬਰ ਅਧਿਕਾਰ ਦੇਵੇਗਾ। ਇਹ ਮੁਲਕ ਲੋਕ ਰਾਜ ਹੋਏਗਾ ਤੇ ਧਰਮ ਨਿਰਪੇਖ ਹੋਏਗਾ। ਇਹ ਸੀ ਜਿਨ੍ਹਾਂ ਦਾ ਪ੍ਰਜਾਤੰਤਰਕ ਪਾਕਿਸਤਾਨ ਦਾ ਸੁਪਨਾ ਯਥਾਰਥ ਸਾਡੇ ਸਾਹਮਣੇ ਹੈ। ਧੰਨਵਾਦ। ਸੁਖੀ ਪਤੀ। ਇੱਕ ਸੁਖੀ ਪਤੀ ਲੱਭਿਆ ਹੈ, ਜਾਂਚ ਹੋ ਰਹੀ ਹੈ ਕਿ ਕਿਸ ਦਾ ਹੈ। ਧੰਨਵਾਦ।